ਸਾਹਮਣ ਹਜ਼ੂਰੀ ਅੰਦਰ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਮ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀ। ਆਪ ਜੀ ਪੰਚਮ ਪਿਤਾ ਗੁਰਦੇਵ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਸਹਿਨਸ਼ੀਲਤਾ ਦੇ ਪੁੰਜ ਐਸੇ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜੇ ਹੋਏ ਦੀਵਾਨ ਅੰਦਰ ਗੁਰੂ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਹੁਕਮਨਾਮਾ ਸਾਹਿਬ ਦੇ ਰਾਹੀਂ ਸਾਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਉਪਰੰਤ ਹਜ਼ੂਰੀ ਰਾਗੀ ਜਥੇ ਵੱਲੋਂ ਸੁੰਦਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਗਿਆ ਹੈ। ਹੁਣ ਸਮਾਂ ਹੈ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ। ਕੱਲ ਆਪਾਂ ਪ੍ਰਸੰਗ ਵਿੱਚੋਂ ਮਹਾਕਵੀ ਚੂੜਾਮਨ ਕਵੀ ਭਾਈ ਸਾਹਿਬ ਗਿਆਨੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀ ਪੰਥ ਵਿੱਚ ਸੇਵਾ ਨਿਭਾ ਕੇ ਗੁਰ ਇਤਿਹਾਸ ਦੀ ਬੜੀ ਗੁਰੂ ਕੀ ਕੀਰਤੀ ਕਰਦਿਆਂ ਉਹਨਾਂ ਨੇ ਆਪਣਾ ਲੋਕ ਪਰਲੋਕ ਸੁਹੇਲਾ ਕੀਤਾ ਹੈ। ਉਹਨਾਂ ਵੱਲੋਂ ਲਿਖੇ ਹੋਏ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਜੋ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਐਸੇ ਗਰੀਬ ਨਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਮ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਕੱਲ ਆਪ ਜੀ ਨੇ ਸ਼ਰਵਣ ਕੀਤਾ ਸੀ ਵੀ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਉਹ ਬਾਦਸ਼ਾਹ ਦੇ ਕਹਿਣ ਉੱਤੇ ਆਪਣੀ ਮਨ ਮਰਜ਼ੀ ਵਰਤਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੀਖਿਆ ਕਰਨ ਵਾਸਤੇ ਪਹੁੰਚੀਆਂ ਨੇ। ਉਹਨਾਂ ਨੇ ਆਪਣੇ ਸੁੰਦਰ ਤਨ ਤੇ ਬਸਤਰ ਪਾਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਉਹਨਾਂ ਦੇ ਮਨ ਦੀ ਵਾਸ਼ਨਾ ਠੀਕ ਨਹੀਂ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਡਾ ਬਹੁਤ ਪੁੰਨ ਦੇ ਤੁਹਾਡੇ ਕਾਰਜ ਨੇ, ਤੁਹਾਨੂੰ ਕਿੰਨਾ ਕੁਝ ਖਾਣ ਪਹਿਨਣ ਵਾਸਤੇ ਪ੍ਰਮਾਤਮਾ ਨੇ ਬਖਸ਼ਿਆ ਹੈ ਕਿਉਂਕਿ ਤੁਸੀਂ ਬਾਦਸ਼ਾਹ ਦੀਆਂ ਬੇਗਮਾਂ ਜੇ, ਤੇ ਤੁਹਾਨੂੰ ਹਮੇਸ਼ਾ ਰੱਬ ਦੇ ਘਰ ਨੂੰ ਮੰਨਣ ਵਾਲਿਆਂ ਦੀ ਸੇਵਾ ਵਿੱਚ ਜੁਟਣਾ ਚਾਹੀਦਾ ਹੈ। ਬੇਗਮਾਂ ਨੂੰ ਸਤਿਗੁਰੂ ਪਾਤਸ਼ਾਹ ਇਹ ਵੀ ਕਹਿਣ ਲੱਗੇ ਵੀ ਜਿਹੜੀ ਇਸਤਰੀ ਆਪਣੇ ਪਤੀ ਵਿੱਚ ਵਿਸ਼ਵਾਸ ਰੱਖਦੀ ਹੈ, ਪਤੀ ਤੇ ਭਰੋਸਾ ਰੱਖਦੀ ਹੈ, ਉਹਨੂੰ ਆਸ ਪਾਸ ਨਹੀਂ ਕੋਈ ਜ਼ਰੂਰਤ ਹੋਰ ਪੈਂਦੀ। ਤੇ ਸਤਿਗੁਰੂ ਜੀ ਨੇ ਇਹ ਭਰੋਸਾ ਦੇ ਕੇ ਕਿਹਾ ਸੀ ਵੀ ਤੁਹਾਡੇ ਪਤੀ ਬਾਦਸ਼ਾਹ ਜਹਾਂਗੀਰ ਨੇ ਤੇ ਤੁਸੀਂ ਉਹਨਾਂ ਤੇ ਭਰੋਸਾ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਬੜੇ ਪਵਿੱਤਰ ਬਚਨ ਉਹਨਾਂ ਬੇਗਮਾਂ ਨੂੰ ਸਮਝਾਏ ਨੇ।
ਉਹਨਾਂ ਦਾ ਮਨ ਸ਼ਾਂਤ ਹੋ ਗਿਆ ਵੀ ਅਸੀਂ ਜਿਸ ਵਾਸ਼ਨਾ ਕਰਕੇ ਇੱਥੇ ਪਹੁੰਚੀਆਂ ਸਾਂ, ਇਹ ਤੇ ਪ੍ਰਮਾਤਮਾ ਤੱਕ ਪਹੁੰਚੇ ਹੋਏ ਨੇ, ਪ੍ਰਮਾਤਮਾ ਦਾ ਰੂਪ ਨੇ। ਵਾਹਿਗੁਰੂ ਆਪਣੀ ਸ਼ਕਤੀ ਲੈ ਕੇ ਇਹਨਾਂ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਨੇ। ਇੱਥੇ ਸਾਡਾ ਕੁਛ ਵੀ ਨਹੀਂ ਚੱਲਣਾ, ਤੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਇੱਥੋਂ ਘਰ ਚੱਲੀਏ। ਬੇਗਮਾਂ ਨੇ ਆਪਸ ਵਿੱਚ ਸਲਾਹ ਕੀਤੀ, ਤੇ ਜਦੋਂ ਘਰ ਵਿੱਚ ਬੇਗਮਾਂ ਪਹੁੰਚੀਆਂ ਤੇ ਬਾਦਸ਼ਾਹ ਵੀ ਪਹੁੰਚ ਗਿਆ ਤੇ ਕਿਹਾ ਵੀ ਦੱਸੋ ਜਿੱਥੇ ਤੁਹਾਨੂੰ ਭੇਜਿਆ ਸੀ। ਬੇਗਮਾਂ ਕਹਿਣ ਲੱਗੀਆਂ ਤੁਸੀਂ ਬਹੁਤ ਬਾਦਸ਼ਾਹ ਭੁਲੇਖੇ ਵਿੱਚ ਹੋ ਪਤੀ ਦੇਵ ਜੀ, ਜਿਨ੍ਹਾਂ ਮਹਾਨ ਪੁਰਖਾਂ ਦੇ ਚਰਨਾਂ ਵਿੱਚ ਅਸੀਂ ਗਈਆਂ ਹੈ, ਉਹ ਤੇ ਪ੍ਰਮਾਤਮ ਰੂਪ ਨੇ। ਉਹਨਾਂ ਦੇ ਬਚਨ ਇੱਕ ਇੱਕ ਸੁਣਿਆ ਤੇ ਮਨ ਸ਼ਾਂਤ ਹੋ ਜਾਂਦਾ ਹੈ। ਬੜੀ ਕਿਰਪਾ ਉਹਨਾਂ ਤੇ ਰੱਬ ਜੀ ਦੀ। ਸਾਡੀ ਜਾਣਾ ਵੀ ਗਲਤੀ ਤੇ ਤੁਹਾਡਾ ਭੇਜਣਾ ਵੀ ਗਲਤੀ, ਕਿਉਂਕਿ ਮਹਾਂਪੁਰਖਾਂ ਦੀ ਪ੍ਰੀਖਿਆ ਲੈਣੀ, ਇਹ ਸਾਡੇ ਵਰਗੇ ਸੰਸਾਰੀ ਬੰਦੇ ਉਸ ਪ੍ਰੀਖਿਆ ਵਿੱਚ ਕਦੀ ਪਾਸ ਨਹੀਂ ਹੋ ਸਕਦੇ, ਸਫਲ ਨਹੀਂ ਹੋ ਸਕਦੇ। ਅਸੀਂ ਆਪਣੇ ਐਂਗਲ ਤੋਂ ਸੋਚਦੇ ਹਾਂ, ਜਿਸ ਤਰ੍ਹਾਂ ਦੀਆਂ ਵਾਸ਼ਨਾਵਾਂ ਸਾਡੇ ਮਨਾਂ ਵਿੱਚ ਨੇ, ਪਰ ਉਹ ਤੇ ਪਰਿਪੂਰਨ ਪ੍ਰਮਾਤਮਾ ਦੀਆਂ ਬਖਸ਼ਾਂ ਲੈ ਕੇ ਧਰਤੀ ਤੇ ਆਏ ਨੇ, ਸਮਾਜ ਦਾ ਭਲਾ ਕਰਦੇ ਨੇ। ਬੇਗਮਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਸਿਫਤ ਵਿੱਚ ਬਹੁਤ ਬਚਨ ਕੀਤੇ, ਤੇ ਸਾਧ ਸੰਗਤ ਜਿਵੇਂ ਬਚਨ ਕਰਦੀਆਂ ਨੇ, ਉਹ ਮਹਾਕਵੀ ਜੀ ਨੇ ਲਿਖੇ ਨੇ। ਕੁਝ ਬਚਨ ਆਪਾਂ ਜਿਹੜੀਆਂ ਬੇਗਮਾਂ ਨੇ ਕਹੇ ਸਨ ਉਹ ਕੱਲ ਸਰਵਣ ਕੀਤੇ ਸਨ, ਬਾਕੀ ਰਹਿੰਦੇ ਬਚਨ ਆਪਾਂ ਹੁਣ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮਨ ਕਿੰਨਾ ਸ਼ੁੱਧ ਹੋਇਆ। ਇਹ ਤੇ ਆਪਾਂ ਪਾਵਨ ਬਚਨ ਬਾਣੀ ਵਿੱਚੋਂ ਵੀ ਪੜਾਂਗੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨਾਂ ਵਿੱਚ ਬੜੀਆਂ ਵੱਡੀਆਂ ਬਰਕਤਾਂ ਨੇ। ਮਾਨਯੋਗ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿਹੜਾ ਬੰਦਾ ਬਹੁਤ ਸਮਾਜ ਦੇ ਗਿਆਨ ਕਰਕੇ ਉੱਚਾ ਹੋਵੇ ਨਾ, ਉਹ ਰੱਬ ਦੇ ਦਰਸ਼ਨ, ਗੁਰੂ ਦੇ ਦਰਸ਼ਨ ਕਰਨ ਵਾਲਾ ਸਮਾਜ ਦੇ ਸਮਝਦਾਰ ਬੰਦੇ ਨਾਲੋਂ ਬਹੁਤ ਜ਼ਿਆਦਾ ਸਮਝਦਾਰ ਹੁੰਦਾ ਹੈ। ਉੱਤੇ ਬੜੀ ਵੱਡੀ ਰੱਬ ਜੀ ਦੀ ਕਿਰਪਾ ਹੁੰਦੀ ਹੈ, ਪ੍ਰਮਾਤਮਾ ਦੀ। ਉਹਦਾ ਜੀਵਨ ਹਮੇਸ਼ਾ ਸਮਾਜੀ ਬੰਦਿਆਂ ਨਾਲੋਂ ਅੱਗੇ ਦਾ ਹੁੰਦਾ ਹੈ, ਉਹ ਪ੍ਰਮਾਤਮਾ ਤੱਕ ਪਹੁੰਚਿਆ ਹੁੰਦਾ ਹੈ। ਤੇ ਜੋ ਬਚਨ ਬੇਗਮਾਂ ਜਹਾਂਗੀਰ ਬਾਦਸ਼ਾਹ ਆਪਣੇ ਪਤੀ ਦੇਵ ਨੂੰ ਦੱਸਦੀਆਂ ਹੈ ਗੁਰੂ ਹਰਗੋਬਿੰਦ ਸਾਹਿਬ ਬਾਰੇ, ਜੋ ਮਹਾਂਕਵੀ ਜੀ ਨੇ ਬਚਨ ਲਿਖੇ ਨੇ, ਉਹ ਆਪਾਂ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਇੱਕ ਵਾਰ ਰਸਨਾ ਪਵਿੱਤਰ ਕਰੀਏ ਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੰਦਨੀਏ ਸਭ ਜਗ ਕੇ ਪੀਰ। ਤੇ ਬੇਗਮਾਂ ਕਹਿਣ ਲੱਗੀਆਂ, ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਵਾਸਤੇ ਬੰਦਨਾ ਯੋਗ ਨੇ। ਉਹ ਤੇ ਇੰਨੇ ਮਹਾਨ ਪਹੁੰਚੇ ਹੋਏ ਰੱਬ ਰੂਪ ਨੇ, ਉਹਨਾਂ ਨੂੰ ਤੇ ਨਮਸਕਾਰ ਕਰਨੀ ਯੋਗ ਹੈ। ਉਹਨਾਂ ਦੀ ਪ੍ਰੀਖਿਆ ਲੈਣੀ ਜਾਂ ਉਹਨਾਂ ਦੇ ਸਾਹਮਣੇ ਕੋਈ ਪਰਚਾ ਪਾਉਣਾ, ਇਹ ਸਾਡੇ ਵਰਗੇ ਸਮਾਜੀ ਬੰਦੇ ਹਮੇਸ਼ਾ ਫੇਲ ਹੋਣਗੇ। ਗੁਰੂ ਦੇ ਸਾਹਮਣੇ ਤੇ ਨਮਸਕਾਰ ਕਰਨੀ ਬਣਦੀ ਹੈ। ਧੰਨ ਗੁਰੂ ਰਾਮਦਾਸ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਨਮਸਕਾਰ ਕਰਨੀ, ਗੁਰੂ ਜੀ ਨੂੰ ਆਦਰ ਨਾਲ ਨਮਸਕਾਰ ਕਰਨੀ, ਸੀਸ ਝੁਕਾਉਣਾ, ਇਹ ਵੱਡਾ ਪੁੰਨ ਦਾ ਭਲੇ ਦਾ ਕਾਰਜ ਹੈ। ਪਰ ਗੁਰੂ ਦੀ ਪ੍ਰੀਖਿਆ ਕਰਨੀ,
ਇਹ ਸਾਡੇ ਵਾਸਤੇ ਕੋਈ ਚੰਗਾ ਕੰਮ ਨਹੀਂ ਸੀ। ਅਸੀਂ ਤੇ ਬਾਦਸ਼ਾਹ ਪਤੀ ਦੇਵ ਤੁਹਾਨੂੰ ਕਹਿੰਦੀਆਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਰੇ ਜਗਤ ਦੇ ਵਾਸਤੇ ਬੰਦਨਾ ਦੇ ਯੋਗ ਹਨ। ਨਿਸ਼ਚੈ ਰੱਖਿਅਕ ਤੁਮੇ ਸਰੀਰ। ਤੇ ਬਾਦਸ਼ਾਹ ਜਿਹੜਾ ਤੁਹਾਡਾ ਸਰੀਰ ਹੈ ਨਾ, ਤੁਸੀਂ ਆ ਕਿੰਨੇ ਪਹਿਰੇਦਾਰ ਰੱਖੇ ਨੇ। ਅਸੀਂ ਤੁਹਾਨੂੰ ਨਿਸ਼ਚੇ ਦੇ ਤੌਰ ਤੇ ਇਹ ਗੱਲ ਕਹਿੰਨੀ ਹੈ, ਜੇ ਕੋਈ ਤੁਹਾਡਾ ਰਖਵਾਲਾ ਹੈ ਨਾ, ਤੁਹਾਡੀ ਸਹਾਇਤਾ ਕਰ ਸਕਦਾ ਹੈ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਜਿਹੜੇ ਤੁਹਾਡੀ ਸਰੀਰ ਦੀ ਰਖਵਾਲੀ ਕਰਦੇ ਨੇ। ਜੇ ਉਹਨਾਂ ਦਾ ਹੱਥ ਨਾ ਹੋਵੇ ਤੁਹਾਡੇ ਸਿਰ ਤੇ ਬਾਦਸ਼ਾਹ ਇੰਨੀਆਂ ਫੌਜਾਂ ਇੰਨੀ ਸੈਨਾ ਦੇ ਹੁੰਦਿਆਂ ਵੀ ਤੁਹਾਡੇ ਬਚਾਅ ਦੀ ਆਸ ਨਹੀਂ। ਜੇ ਤੁਸੀਂ ਬਚੇ ਹੋ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਤੁਹਾਡੇ ਉੱਪਰ ਹੱਥ ਹੋਣ ਕਰਕੇ ਬਚੇ ਹੋ। ਸਦਾ ਅਦਾਬ ਕਰੋ ਇਨਕੇਰਾ। ਤੇ ਇਹਨਾਂ ਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਤੁਹਾਨੂੰ ਸਦਾ ਹੀ ਅਦਬ ਕਰਨਾ ਚਾਹੀਦਾ ਹੈ। ਸਦਾ ਹੀ ਉਹਨਾਂ ਦੇ ਚਰਨਾਂ ਵਿੱਚ ਝੁਕ ਕੇ ਪ੍ਰਣਾਮ ਕਰਨਾ ਚਾਹੀਦਾ ਹੈ। ਸਦਾ ਅਦਬ ਕਰੋ, ਸਤਿਕਾਰ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹ ਸਤਿਕਾਰ ਦੇ ਲਾਇਕ ਨੇ, ਤੇ ਬਾਦਸ਼ਾਹ ਇਹਨਾਂ ਦਾ ਸਦਾ ਹਮੇਸ਼ਾ ਸਤਿਕਾਰ ਕਰੋ। ਭਲਾ ਹੋਏ ਜੁਗ ਲੋਕ ਕਨੇਰਾ। ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰੇਗਾ, ਉਹਦਾ ਦੋਵਾਂ ਲੋਕਾਂ ਵਿੱਚ ਬਹੁਤ ਵੱਡਾ ਭਲਾ ਹੋਵੇਗਾ। ਬਹੁਤਾ ਭਲਾ ਹੋਵੇਗਾ ਜਿਹੜਾ ਗੁਰੂ ਸਾਹਿਬ ਜੀ ਦਾ ਆਦਰ ਸਤਿਕਾਰ ਕਰੇਗਾ। ਚਿਤ ਕੀ ਜਾਣਤ ਅੰਤਰ ਜਾਮੀ। ਤੇ ਬਾਦਸ਼ਾਹ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਅਸੀਂ ਤੁਹਾਡੇ ਤੋਂ ਕੁਝ ਲੁਕਾ ਸਕਦੀਆਂ, ਤੁਸੀਂ ਸਾਡੇ ਤੋਂ ਕੁਝ ਲੁਕਾ ਸਕਦੇ ਹੋ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਉਹ ਪਰਤ ਦਰ ਪਰਤ ਦੀ ਗੱਲ ਜਾਣਨ ਵਾਲੇ ਨੇ। ਉਹ ਤੇ ਡੂੰਗੀ ਤੋਂ ਡੂੰਗੀ ਗੱਲ ਜਾਣਨ ਵਾਲੇ ਅੰਤਰਜਾਮੀ ਦਿਲ ਦੀਆਂ ਜਾਣਨ ਵਾਲੇ ਨੇ। ਆਪਾਂ ਰੋਜ਼ ਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਤੇ ਗੁਰੂ ਹਰਗੋਬਿੰਦ ਸਾਹਿਬ ਬੇਗਮਾਂ ਕਹਿਣ ਲੱਗੀਆਂ ਬਾਦਸ਼ਾਹ ਉਹ ਤੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਮਹਾਪੁਰਖ ਪੂਰਨ ਬੜ ਸੁਆਮੀ। ਉਹ ਤੇ ਵੱਡੇ ਮਾਲਕ ਤੇ ਰੱਬ ਦੇ ਘਰ ਵੱਲੋਂ ਪੂਰਨ ਭਰੇ ਹੋਏ ਨੇ, ਮਹਾਂਪੁਰਖ ਨੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਨਾ ਹੀ ਵੱਡੀ ਕਿਸਮਤ ਹੈ। ਨਹੀਂ ਅਵਗਿਆ ਆਪ ਕਰੀਜੈ। ਤੇ ਬਾਦਸ਼ਾਹ ਕਦੀ ਵੀ ਕਿਸੇ ਭੁਲੇਖੇ ਵਿੱਚ ਪੈ ਕੇ ਵੀ ਉਹਨਾਂ ਦੇ ਸਤਿਕਾਰ ਵਿੱਚ ਫਰਕ ਨਾ ਪਵੇ। ਅਵਗਿਆ ਹੁੰਦੀ ਹੈ ਬੇਅਦਬੀ, ਨਹੀਂ ਅਵਗਿਆ ਆਪ ਕਰੀਜੈ। ਕਦੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਬੇਅਦਬੀ ਵਾਲਾ ਸ਼ਬਦ, ਉਹਨਾਂ ਦੇ ਅਦਬ ਤੋਂ ਉਲਟ ਸ਼ਬਦ ਕਦੀ ਨਹੀਂ ਕਹਿਣਾ ਜੀ। ਸਰਬ ਪ੍ਰਕਾਰ ਪ੍ਰਸੰਨ ਰਖੀਜੈ। ਤੇ ਹਰ ਪ੍ਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਪ੍ਰਸੰਨ ਹੀ ਰੱਖਣਾ ਹੈ, ਕਿਉਂਕਿ ਉਹ ਤੇ ਹੈ ਹੀ ਪ੍ਰਸੰਨ ਚਿੱਤ ਨੇ। ਬਾਦਸ਼ਾਹ ਕਦੀ ਆਪਣਾ ਵੀ ਮਨ ਤੂੰ ਸ਼ੁੱਧ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਸੰਨਤਾ ਸਦਾ ਪ੍ਰਾਪਤ ਕਰਨੀ, ਤੇ ਕਦੀ ਵੀ ਆਪਣੇ ਰਾਜ ਭਾਗ ਰਾਹੀਂ ਉਹਨਾਂ ਤੱਕ ਕੋਈ ਸੰਕਟ ਨਾ ਪਹੁੰਚੇ। ਹਮੇਸ਼ਾ ਉਹਨਾਂ ਦਾ ਆਦਰ ਸਤਿਕਾਰ ਕਰਨਾ। ਸੁਨ ਕੈ ਸ਼ਾਹ ਕਹਿਓ ਮੈਂ ਜਾਨੋ। ਇਹ ਆਪਣੀਆਂ ਬੇਗਮਾਂ ਤੋਂ ਬਾਤਾਂ ਸੁਣ ਕੇ, ਵਿਚਾਰਾਂ ਸੁਣ ਕੇ, ਤੇ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਕਿ ਮੈਂ ਭਾਈ ਆਪਣੀਆਂ ਬੇਗਮਾਂ ਨੂੰ ਕਹਿੰਦਾ ਵੀ ਮੈਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਾਣਦਾ ਹਾਂ। ਗਾਦੀ ਸ਼੍ਰੀ ਨਾਨਕ ਕੀ ਮਾਨੋ। ਇਹ ਗੁਰ ਗੱਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੈ, ਤੇ ਮੈਂ ਇਸ ਗੁਰ ਗੱਦੀ ਨੂੰ ਮੰਨਦਾ ਹਾਂ, ਕਿਉਂਕਿ ਬੇਗਮਾਂ ਨੇ ਵੀ ਬੜੀ ਉਸਤਤ ਕੀਤੀ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਰਹਿ ਕੇ ਬਹੁਤ ਕੁਝ ਪਤਾ ਲੱਗਾ।
ਉਂਝ ਜਿਹੜੇ ਵਿਰੋਧ ਵਿੱਚ ਚੱਲਣ ਵਾਲੇ ਲੋਕ ਸਨ, ਉਹਨਾਂ ਗੁਰੂ ਘਰ ਦੀਆਂ ਬੜੀਆਂ ਉਤਰਾ ਚੜ੍ਹਾਅ ਵਾਲੀਆਂ ਗੱਲਾਂ ਕਹੀਆਂ ਸਨ, ਕੰਨ ਭਰੇ ਸਨ। ਪਰ ਜਦੋਂ ਨੇੜੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਬਾਦਸ਼ਾਹ ਕਹਿੰਦਾ ਵੀ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਸਤਿਕਾਰ ਕਰਦਾ ਹਾਂ। ਨਿਸਮੈ ਸਿਮਰੇ ਕਰੀ ਸਹਾਏ। ਤੇ ਜਦੋਂ ਮੈਂ ਬੇਗਮਾਂ ਨੂੰ ਕਹਿੰਦਾ ਵੀ ਰਾਤ ਵੇਲੇ ਉਹਨਾਂ ਦਾ ਨਾਮ ਸਿਮਰਦਾ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦਾ ਹੈ, ਉਹ ਮੇਰੀ ਫਿਰ ਸਹਾਇਤਾ ਕਰਦੇ ਹਨ, ਮਦਦ ਕਰਦੇ ਹਨ। ਜੁਗ ਸ਼ੇਰਨ ਕੋ ਹੀਰ ਹਟਾਏ। ਤੇ ਜਿਹੜੇ ਦੋ ਸ਼ੇਰ ਸਨ, ਜੁਗ ਕਹੀਏ ਦੋ ਸ਼ੇਰਾਂ ਨੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਹਟਾ ਦਿੱਤਾ ਸੀ। ਮੇਰੇ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ। ਇੱਕ ਹਕੀਮ ਨੇ ਮੋਹਿ ਸਮਝਾਇਓ। ਤੇ ਦੂਜੀ ਗੱਲ ਬੇਗਮਾਂ ਨੂੰ ਕਹਿਣ ਲੱਗਾ ਵੀ ਇੱਕ ਹਕੀਮ ਨੇ ਮੈਨੂੰ ਇਹ ਗੱਲ ਸਮਝਾਈ ਸੀ। ਦੁਰਗ ਗਵਾਲੀਅਰ ਤੇ ਬੁਲਵਾਇਓ। ਤੇ ਮੈਂ ਉਹਨਾਂ ਦੇ ਕਹਿਣ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ, ਦੁਰਗ ਕਹੀਏ ਕਿਲੇ ਨੂੰ, ਗਵਾਲੀਅਰ ਦੇ ਕਿਲੇ ਤੋਂ ਫਿਰ ਬੁਲਵਾ ਲਿਆ ਸੀ। ਕੈਦੀ ਮਰਨ ਪਰਯੰਤ ਨਿਰਪਾਲੇ। ਤੇ ਬੇਗਮਾਂ ਨੂੰ ਬਾਦਸ਼ਾਹ ਕਹਿਣ ਲੱਗਾ, ਬੇਗਮੋ, ਜਿਹੜੇ ਕੈਦੀ ਸਨ ਨਾ ਰਾਜੇ, ਜਿਨ੍ਹਾਂ ਨੂੰ ਆਪਾਂ 22 ਧਾਰ ਦੇ ਰਾਜੇ ਕਹਿੰਦੇ ਆ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜ ਕੇ ਬਾਹਰ ਆਏ ਸਨ ਕਿਲੇ ਵਿੱਚੋਂ, ਉਹਨਾਂ ਬਾਰੇ ਦੱਸਦਾ ਬਾਦਸ਼ਾਹ ਆਪਣੀਆਂ ਬੇਗਮਾਂ ਨੂੰ। ਜਿਹੜੇ ਕੈਦੀ ਸਨ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੀ, ਮੌਤ ਤੱਕ ਉਹਨਾਂ ਕੈਦ ਵਿੱਚ ਰਹਿਣਾ ਸੀ, ਉਹ ਸਮੂਹ ਜਿਹੜੇ ਰਾਜੇ ਸਨ, ਸੰਗ ਆਪਨੇ ਦੁਰਗ ਨਿਕਾਲੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਉਹ ਇੰਨੀ ਮਹਾਨ ਸ਼ਖਸੀਅਤ ਨੇ, ਉਹਨਾਂ ਨੇ ਉਸ ਕਿਲੇ ਵਿੱਚੋਂ ਉਹਨਾਂ ਰਾਜਿਆਂ ਨੂੰ ਵੀ ਆਪਣੇ ਨਾਲ ਹੀ ਬਾਹਰ ਲੈ ਆਂਦਾ। ਸ਼ੋਰਨ ਉਚਿਤ ਸੋ ਨਹਿਰੇ ਪਕੋਰੇ। ਤੇ ਬੇਗਮਾਂ ਨੂੰ ਕਹਿਣ ਲੱਗਾ ਵੀ ਉਹਨਾਂ ਰਾਜਿਆਂ ਨੂੰ ਛੱਡਣਾ ਸਾਡੇ ਵਾਸਤੇ ਉਚਿਤ ਨਹੀਂ ਸੀ, ਇਹ ਗੱਲ ਬਣਦੀ ਤੇ ਨਹੀਂ ਸੀ, ਸਾਡੇ ਵੱਡੇ ਉਹ ਦੁਸ਼ਮਣ ਸਨ। ਇਨਕੇ ਕਹੇ ਤੁਰਤ ਸੋ ਸ਼ੋਰੇ। ਪਰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਇੰਨਾ ਵੱਡਾ ਹੈ, ਅਸੀਂ ਉਹਨਾਂ ਦੇ ਕਹਿਣ ਤੇ ਤੁਰਤ ਹੀ ਛੱਡ ਦਿੱਤੇ। ਚੰਦੂ ਦੀਵਾਨ ਇਨਹੋ ਕੋ ਬੈਰੀ। ਤੇ ਜਿਹੜਾ ਚੰਦੂ ਦੀਵਾਨ ਹੈ, ਇਹਨਾਂ ਦਾ ਧੰਨ ਗੁਰੂ ਅਰਜੁਨ ਦੇਵ ਜੀ ਦਾ ਪਹਿਲਾਂ ਤੇ ਹੁਣ ਇਹਨਾਂ ਨਾਲ ਵੀ ਵੈਰ ਆਦਿਕ ਰੱਖਦਾ ਜੀ। ਕਰੀ ਅਵਗਿਆ ਬੜ ਗੁਰ ਕੇਰੀ। ਤੇ ਚੰਦੂ ਦੀਵਾਨ ਨੇ ਵੱਡੇ ਸਤਿਗੁਰਾਂ ਦੀ, ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਸ਼ਹੀਦ ਕਰਨ ਵਾਲੀ ਬੜੀ ਭਾਰੀ ਅਵਗਿਆ ਕੀਤੀ। ਕਰਨ ਪ੍ਰਸੰਨ ਹਿਰਦੇ ਹਿਤ ਸਾਥ। ਤੇ ਕਹਿਣ ਲੱਗਾ ਵੀ ਚੰਦੂ ਸਾਨੂੰ ਖੁਸ਼ ਕਰਨ ਵਾਸਤੇ ਨਾ, ਉਹ ਉਹਨਾਂ ਦੇ ਨਾਲ ਇਹਨੇ ਇਹ ਪਾਪ ਕਰਮ ਕਮਾਇਆ ਜੀ। ਸੋ ਮੈਂ ਪਕੜ ਦੀਨ ਇਨ ਹਾਥ। ਤੇ ਦੂਜੀ ਗੱਲ ਬਾਦਸ਼ਾਹ ਕਹਿੰਦਾ ਹੈ ਬੇਗਮਾਂ ਨੂੰ ਵੀ ਇਹਨਾਂ ਦੇ ਪਿਤਾ ਜੀ ਨੂੰ ਚੰਦੂ ਦੀਵਾਨ ਨੇ ਸ਼ਹੀਦ ਕਰਵਾਇਆ, ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਸੰਨਤਾ ਲੈਣ ਵਾਸਤੇ ਹੁਣ ਮੈਂ ਚੰਦੂ ਨੂੰ ਪਕੜ ਕੇ ਤੇ ਇਹਨਾਂ ਦੇ ਹਵਾਲੇ ਕਰ ਦਿੱਤਾ। ਕਰਬੇ ਲਾਇਕ ਹੋਤੀ ਨਾ ਜੋਏ। ਅਸੀਂ ਬੇਗਮਾਂ ਨੂੰ ਕਹਿਣ ਲੱਗਾ, ਜੋ ਕੁਝ ਕੀਤਾ ਹੈ ਇਹ ਸਾਡੇ ਵਾਸਤੇ ਜਾਇਜ਼ ਤੇ ਨਹੀਂ ਸੀ, ਕਿਉਂਕਿ ਉਹ ਸਾਡੀ ਬੋਲੀ ਬੋਲਦਾ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸਾਡੀ ਕੋਈ ਚੱਲਦੀ ਨਹੀਂ, ਉਹਨਾਂ ਦੇ ਸਾਹਮਣੇ ਸਤ ਬਚਨ ਕਹਿਣਾ ਪੈਂਦਾ ਹੈ। ਇਸ ਕਰਕੇ ਇਹ ਕੰਮ ਲਾਇਕ ਨਾ ਹੁੰਦਿਆਂ ਵੀ ਅਸੀਂ ਕੀਤਾ ਹੈ। ਇਨ ਆਦਰ ਹਿਤ ਕੀਨੀ ਸੋਏ। ਅਸੀਂ ਤਾਂ ਇਹਨਾਂ ਦਾ ਆਦਰ ਕਰਨ ਵਾਸਤੇ ਇਹ ਕਾਰਜ ਕੀਤਾ ਹੈ ਕਿ ਚੰਦੂ ਦੀਵਾਨ ਨੂੰ ਇਹਨਾਂ ਦੇ ਹਵਾਲੇ ਕਰ ਦਿੱਤਾ। ਅਬ ਜਿਮ ਮਮ ਮਨ ਸੰਸੈ ਭਇਓ। ਤੇ ਤੀਸਰੀ ਗੱਲ ਇਹ ਹੈ ਵੀ ਹੁਣ ਜਿਹੜਾ ਮੇਰੇ ਮਨ ਵਿੱਚ ਸੰਸਾ ਸੀ ਨਾ, ਇੱਕ ਭਰਮ ਸੀ, ਵਹਿਮ ਸੀ
ਜਿਹੜਾ ਸੰਸਾ ਮਨ ਵਿੱਚ ਪੈਦਾ ਹੋਇਆ ਸੀ ਸੋ ਭੀ ਨਿਰਣੈ ਕਰ ਪਿਖ ਲਿਓ। ਉਹ ਵੀ ਨਿਰਣਾ ਕਰਕੇ ਨਾ, ਤੁਹਾਡੇ ਰਾਹੀਂ ਨਿਰਣਾ ਕਰਕੇ ਮੈਂ ਵੇਖ ਲਿਆ। ਮੇਰੇ ਮਨ ਵਿੱਚ ਸੰਸਾ ਸੀ ਵੀ ਬਾਕੀਆਂ ਨੂੰ ਕਿਵੇਂ ਡੁਲਾ ਲਈਦਾ, ਜਿਵੇਂ ਸ਼ਾਇਦ ਇਹਨਾਂ ਕੋਲ ਤੁਸੀਂ ਜਾਓਗੇ ਤੇ ਕੁਝ ਰੁੱਖ ਬਦਲ ਜਾਏਗਾ। ਇਹ ਵੀ ਮੇਰੇ ਮਨ ਵਿੱਚ ਇੱਕ ਬਹੁਤ ਵੱਡਾ ਸੰਸਾ ਸੀ। ਇਹ ਗੱਲ ਬੇਗਮਾਂ ਨੂੰ ਬਾਦਸ਼ਾਹ ਕਹਿੰਦਾ ਹੈ ਤੇ ਉਹ ਵੀ ਨਿਰਣਾ ਜਿਹੜਾ ਹੈ ਉਹ ਤੁਹਾਡੇ ਰਾਹੀਂ ਹੋ ਗਿਆ ਹੈ ਜੀ। ਪਰਖ ਨਮਿਤ ਕਰ ਤੁਮਹਿ ਪਠਾਇਓ। ਤੇ ਮੈਂ ਪਰਖਣ ਵਾਸਤੇ ਉਹਨਾਂ ਨੂੰ ਤੇ ਤੁਹਾਨੂੰ ਭੇਜਿਆ, ਤੁਸੀਂ ਉੱਥੇ ਗਈਆਂ, ਉਹਨਾਂ ਦੀ ਪਰਖ ਕੀਤੀ। ਇਸ ਤੇ ਕੋਪ ਜੇ ਕੁਛ ਉਪਜਾਇਓ। ਤੇ ਇਸ ਗੱਲ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਵਿੱਚ ਗੁੱਸਾ ਵੀ ਹੋਵੇਗਾ। ਉਹ ਗੁੱਸਾ ਪੈਦਾ ਹੋਣਾ ਵੀ ਜ਼ਰੂਰੀ ਹੈ, ਹੋਵੇਗਾ ਗੁੱਸਾ ਉਹਨਾਂ ਦੇ ਮਨ ਵਿੱਚ। ਇਹ ਗੱਲ ਬੇਗਮਾਂ ਨੂੰ ਬਾਦਸ਼ਾਹ ਕਹਿੰਦਾ ਹੈ। ਮਿਲੋ ਪ੍ਰਾਤ ਨਿਜ ਬਿਨੈ ਸੁਨਾਵੋ। ਤੇ ਜੇ ਗੁੱਸਾ ਵੀ ਹੋਇਆ ਤੇ ਸਵੇਰੇ ਪਹਿਲਾਂ ਉੱਠਦੇ ਸਾਰ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾਂਗਾ ਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਫਿਰ ਕੋਈ ਆਪਣੀ ਗੱਲ ਸੁਣਾਵਾਂਗਾ। ਭੂਲ ਭਈ ਸਗਰੀ ਬਖਸ਼ਾਵੋ। ਇਹ ਵੀ ਕਵਾਂਗਾ ਜੀ ਜਿਹੜੀ ਮੇਰੇ ਪਾਸੋਂ ਭੁੱਲ ਹੋ ਗਈ ਹੈ ਉਹ ਮੇਰੀ ਸਗਲੀ ਭੁੱਲ ਬਖਸ਼ ਦਿਓ। ਹੋਈ ਭੁੱਲ ਬਖਸ਼ਾ ਲਵਾਂਗਾ ਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਾਂਗਾ। ਇਤਿ ਆਦਿਕ ਸੁਨ ਕੈ ਗੁਰ ਜਸ ਕੋ। ਤੇ ਇਤ ਆਦਿਕ ਗੁਰੂ ਮਹਾਰਾਜ ਦਾ ਜਸ ਸੁਣ ਕੇ, ਗੁਰੂ ਮਹਾਰਾਜ ਦੀ ਮਹਿਮਾ ਆਪਣੀਆਂ ਬੇਗਮਾਂ ਤੋਂ ਸੁਣ ਕਰਕੇ ਕਰਿਓ ਆਹਾਰ ਅਨੇਕਨ ਰਸ ਕੋ। ਤੇ ਅਨੇਕ ਪ੍ਰਕਾਰ ਦੇ ਰਸ ਵਾਲਾ ਭੋਜਨ ਦਾ ਆਹਾਰ ਬਾਦਸ਼ਾਹ ਨੇ ਕੀਤਾ। ਪਰੇ ਜਥਾ ਸੁਖ ਨਿਸਮੈ ਸੋਏ। ਇਹ ਸਾਧ ਸੰਗਤ ਇਹ ਘਟਨਾ ਨਾ ਜੀ ਗੋਇੰਦਵਾਲ ਸਾਹਿਬ ਤੋਂ ਪਿੱਛੋਂ ਦੀ ਹੈ। ਜਦੋਂ ਬਾਦਸ਼ਾਹ ਦਿੱਲੀ ਤੋਂ ਚੱਲੇ ਨੇ ਗੁਰੂ ਹਰਗੋਬਿੰਦ ਸਾਹਿਬ ਵੀ ਅਸੀਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ, ਤੇ ਪਹਿਲਾ ਪਾਤਸ਼ਾਹ ਗੋਇੰਦਵਾਲ ਤੇ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਤੇ ਸ੍ਰੀ ਤਰਨਤਾਰਨ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ। ਤੇ ਇਹ ਗੋਇੰਦਵਾਲ ਸਾਹਿਬ ਤੋਂ ਰਸਤੇ ਦੀ ਘਟਨਾ ਹੈ ਜਿੱਥੇ ਬਾਦਸ਼ਾਹ ਨੇ ਪਰਖ ਕਰਨ ਵਾਸਤੇ ਆਪਣੀਆਂ ਬੇਗਮਾਂ ਨੂੰ ਭੇਜਿਆ। ਤੇ ਰਸਤੇ ਵਿੱਚ ਜਿੱਥੇ ਪੜਾਅ ਹੈ ਨਾ ਜੀ ਲੱਗਦਾ ਹੈ, ਸਮਾਂ ਵੇਖ ਕੇ ਉੱਥੇ ਜਲ ਪਾਣੀ ਛਕਿਆ। ਬਾਦਸ਼ਾਹ ਨੇ ਰਾਤ ਪਈ ਹੈ ਤੇ ਸਾਧ ਸੰਗਤ ਅਨੇਕਾਂ ਰਸ ਵਾਲੇ ਜਿਹੜੇ ਭੋਜਨ ਨੇ ਉਹ ਗ੍ਰਹਿਣ ਕੀਤਾ ਭੋਜਨ ਬਾਦਸ਼ਾਹ ਨੇ। ਪਰੇ ਜਥਾ ਸੁਖ ਨਿਸਮੈ ਸੋਏ। ਤੇ ਜਦੋਂ ਫਿਰ ਰਾਤ ਪਈ ਤੇ ਸੁਖ ਦੀ ਬਾਦਸ਼ਾਹ ਨੇ ਆਪਣੇ ਤੰਬੂ ਵਿੱਚ ਰਾਤ ਬਤੀਤ ਕੀਤੀ। ਭਈ ਪ੍ਰਾਤ ਸਭ ਜਾਗਰਤ ਹੋਏ। ਤੇ ਭਈ ਪ੍ਰਾਤ ਦਾ ਮਤਲਬ ਜਦੋਂ ਸਵੇਰ ਹੋਈ ਤੇ ਸਾਰੇ ਬਾਦਸ਼ਾਹ ਦੇ ਸਮੇਤ ਜਾਗ ਪਏ, ਰਾਤ ਸੌਂ ਕੇ ਉੱਠ ਪਏ। ਰਵ ਜਿਸ ਕਾਲ ਉਦੈ ਨਹਿ ਭਇਓ। ਰਬ ਹੁੰਦਾ ਸੂਰਜ ਜਿਸ ਸਮੇਂ ਅਜੇ ਸੂਰਜ ਨਹੀਂ ਸੀ ਉਦੇ ਹੋਇਆ, ਭਾਵ ਅਜੇ ਸੂਰਜ ਨਹੀਂ ਚੜਿਆ ਜੀ। ਸ਼ਾਹ ਤਿਆਰ ਹੋਵੇ ਗੁਰ ਢਿਕ ਗਇਓ। ਤੇ ਬਾਦਸ਼ਾਹ ਜਹਾਂਗੀਰ ਤਿਆਰ ਬਰ ਤਿਆਰ ਹੋ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਗਿਆ। ਆਗੇ ਕੀਰਤਨ ਹੋਤ ਸਭ ਪ੍ਰੇਮ। ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਸੁਨੇ ਏਕ ਚਿਤ ਪ੍ਰਾਪਤ ਸ਼ੇਮ। ਤੇ ਬਾਦਸ਼ਾਹ ਨੇ ਵੀ ਇੱਕ ਚਿੱਤ ਹੋ ਕੇ ਕੀਰਤਨ ਸਰਵਣ ਕੀਤਾ ਬਾਕੀ ਸੰਗਤ ਨਾਲ। ਤੇ ਉੱਥੇ ਕੀਰਤਨ ਸਰਵਣ ਕਰਦਿਆਂ ਕਰਦਿਆਂ ਸਾਧ ਸੰਗਤ ਪ੍ਰਾਪਤ ਸ਼ੇਮ ਦਾ ਮਤਲਬ ਹੁੰਦਾ ਸੁਖ ਪ੍ਰਾਪਤ ਕੀਤਾ ਕੀਰਤਨ ਸੁਣ ਕੇ। ਸਿੱਖਨ ਕੋ ਲਾਗਿਓ ਦੀਵਾਨ। ਗੁਰ ਸਿੱਖਾਂ ਨੇ ਧੰਨ ਸਤਿਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸਜਾਇਆ ਜੀ। ਬੀਚ ਬਰਾਜੈ ਗੁਰ ਭਗਵਾਨ। ਤੇ ਦੀਵਾਨ ਵਿੱਚ ਭਗਵਾਨ ਰੂਪ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਬਰਾਜੇ ਹੋਏ ਨੇ। ਸਤਿਗੁਰੂ ਤਖਤ ਉੱਤੇ ਬੈਠੇ ਸ਼ੋਭਾ ਪਾ ਰਹੇ ਨੇ। ਬੈਠਿਓ ਬੰਦਨ ਕਰ ਕੈ ਸ਼ਾਹੂ। ਤੇ ਜਦੋਂ ਬਾਦਸ਼ਾਹ ਆਇਆ ਨਾ ਜੀ ਸਵੇਰ ਦੇ ਕੀਰਤਨ ਵੇਲੇ
ਤੇ ਬੰਦਨਾ ਕਰਕੇ ਨਮਸਕਾਰ ਕਰਕੇ ਤੇ ਸ਼ਾਹ ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵਿੱਚ ਬੈਠ ਗਿਆ। ਸੁਨਿਓ ਸ਼ਬਦ ਸੁਖ ਮੈਂ ਮਨ ਮਾਹੂ। ਤੇ ਜਦੋਂ ਗੁਰਬਾਣੀ ਦੇ ਸ਼ਬਦ ਗੁਰੂ ਕੇ ਰਾਗੀਆਂ ਤੋਂ ਸ਼ਰਵਣ ਕੀਤੇ ਤੇ ਸਾਧ ਸੰਗਤ ਮਨ ਵਿੱਚ ਬਹੁਤ ਵੱਡਾ ਸੁੱਖ ਪ੍ਰਾਪਤ ਕੀਤਾ। ਜਦੋਂ ਧੁਰਕੀ ਬਾਣੀ ਦਾ ਕੀਰਤਨ ਬਾਦਸ਼ਾਹ ਜਹਾਂਗੀਰ ਨੇ ਸ਼ਰਵਣ ਕੀਤਾ ਜੀ। ਆਸਾ ਵਾਰ ਭੋਗ ਤਬ ਪਰਿਓ। ਤੇ ਜਦੋਂ ਬੈਠਿਆਂ ਕੀਰਤਨ ਸੁਣਦਿਆਂ ਸਮਾਂ ਹੋਇਆ ਤੇ ਆਸਾ ਜੀ ਦੀ ਵਾਰ ਦੇ ਭੋਗ ਦਾ ਟਾਈਮ ਹੋਇਆ। ਭੋਗ ਪਿਆ ਆਸਾ ਜੀ ਦੀ ਵਾਰ ਦਾ। ਸੁਨ ਸ੍ਰੀ ਨਾਨਕ ਕੋ ਜਸ ਰਰਿਓ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੁਆਰਾ ਉਚਾਰਨ ਕੀਤਾ ਜਸ, ਉਚਾਰਨ ਕੀਤਾ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਜਦੋਂ ਵੀ ਸੰਗਤ ਤੇ ਬਾਦਸ਼ਾਹ ਅੰਮ੍ਰਿਤ ਬਾਣੀ ਰਾਗੀ ਸਿੰਘਾਂ ਪਾਸੋਂ ਸ਼ਰਵਣ ਕਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਆਵਾਜ਼ਾ ਆਉਂਦਾ। ਉਹਨਾਂ ਦਾ ਜਸ ਉਚਾਰਨ ਕੀਤਾ ਬਾਦਸ਼ਾਹ ਜਹਾਂਗੀਰ ਨੇ। ਸ੍ਰੀ ਹਰਿਗੋਬਿੰਦ ਆਦਰ ਕੀਨ। ਤੇ ਜਦੋਂ ਆਸਾ ਦੀ ਵਾਰ ਦਾ ਭੋਗ ਪਿਆ, ਸਮਾਪਤੀ ਹੋਈ ਤੇ ਗਰੀਬ ਨਵਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਨ ਸਰਵਣ ਕਰਨ ਵਾਲੀ ਸੰਗਤ ਦਾ ਤੇ ਬਾਦਸ਼ਾਹ ਜਹਾਂਗੀਰ ਦਾ ਆਦਰ ਕੀਤਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਹੁੰਚੇ ਹੋ। ਤੇ ਪਹੁੰਚ ਕੇ ਭਾਈ ਕੀਰਤਨ ਸਰਵਣ ਕੀਤਾ ਜੀ। ਕਹਿਓ ਬਾਕ ਇਹ ਗੁਰਪੁਰ ਚੀਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਕਹਿਣ ਲੱਗੇ, ਇਹ ਬਚਨ ਕਹਿ ਗੁਰੂ ਹਰਗੋਬਿੰਦ ਸਾਹਿਬ ਨੇ, ਕਹਿੰਦੇ ਨੇ ਪਾਤਸ਼ਾਹ ਬਾਦਸ਼ਾਹ ਇਹ ਗੁਰੂ ਦੀ ਪੂਰੀ ਜਾਣਨਾ ਕਰੋ। ਇਹ ਗੁਰੂ ਪਾਤਸ਼ਾਹਾਂ ਦਾ ਨਗਰ ਹੈ। ਸਾਧ ਸੰਗਤ ਇਹ ਗੁਰੂ ਦੀ ਪੁਰੀ ਹੈ, ਇਹ ਗੱਲ ਜਾਣਨੀ ਕਰੋ। ਚੀਨ ਤੋਂ ਭਾਵ ਹੁੰਦਾ ਜਾਣਨਾ। ਇਹ ਗੱਲ ਜਾਣ ਲਓ, ਇਹ ਗੁਰੂ ਦੀ ਪੁਰੀ ਹੈ ਜੀ। ਦਰਸ਼ਨ ਕਰਨ ਥਾਨ ਸਭ ਕੀਰਾ। ਤੇ ਦਰਸ਼ਨ ਕਰਨ ਵਾਸਤੇ ਸਾਰੇ ਇੱਥੇ ਆਣ ਕੇ ਦਰਸ਼ਨ ਕਰਿਆ ਕਰਨਗੇ। ਇੱਥੋਂ ਦੇ ਅਸਥਾਨ ਦੇ ਦਰਸ਼ਨ, ਇਹ ਬੜੀ ਪਵਿੱਤਰ ਜਗ੍ਹਾ ਹੈ। ਹੋਤ ਪਾਕ ਮਨ ਪੁੰਨ ਕਨੇਰਾ। ਇਹ ਬਹੁਤ ਮਨ ਪਵਿੱਤਰ ਹੋਵੇਗਾ ਤੇ ਭਲਾ ਹੋਵੇਗਾ, ਕਨੇਰਾ ਪੁੰਨ ਹੋਵੇਗਾ ਜਦੋਂ ਕੋਈ ਦਰਸ਼ਨ ਇੱਥੇ ਕਰਿਆ ਕਰੇਗਾ। ਉਹ ਹੁਣ ਕਿਹੜੇ ਅਸਥਾਨ ਦੀ ਸਤਿਗੁਰੂ ਮਹਿਮਾ ਦੱਸਦੇ ਨੇ? ਸ੍ਰੀ ਗੋਇੰਦਵਾਲ ਸਾਹਿਬ ਜੀ ਦੀ। ਸ੍ਰੀ ਗੁਰ ਅਮਰਦਾਸ ਘਰ ਇਹਾ। ਕਹਿਣ ਲੱਗੇ ਬਾਦਸ਼ਾਹ ਧੰਨ ਗੁਰੂ ਅਮਰਦਾਸ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਤੋਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ 12 ਬਚਨ ਬਖਸ਼ਿਸ਼ ਦੇ ਕਹੇ ਨੇ ਕਿ ਧੰਨ ਗੁਰੂ ਅੰਗਦ ਸਾਹਿਬ ਦੀ ਜਦੋਂ ਸੇਵਾ ਕਮਾਈ ਤੇ 12 ਬਚਨ ਬਖਸ਼ਿਸ਼ ਦੇ ਗਰੀਬ ਨਵਾਜ ਜੀ ਨੇ ਕਹਿ ਕੇ ਨਵਾਜਿਆ। ਜਿਨ੍ਹਾਂ ਬਚਨਾਂ ਨੂੰ ਆਪਾਂ ਰੋਜ਼ ਦੁਹਰਾਉਣੇ ਆ, ਆਪਾਂ ਕੁਝ ਬਚਨ ਦੁਹਰਾਉਣੇ ਆ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਧਿਰਿਆਂ ਦੀ ਧਿਰ। ਇਸ ਤਰ੍ਹਾਂ 12 ਬਚਨ ਬਖਸ਼ਿਸ਼ ਦੇ ਕਹਿ ਕੇ ਨਵਾਜਿਆ। ਤੇ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਦਸ਼ਾਹ ਇੱਥੇ ਗੋਇੰਦਵਾਲ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦਾ ਘਰ ਵੀ ਸੀ। ਗੋਇੰਦਵਾਲ ਬਸਾਇਓ ਮਹਾ। ਇਹ ਮਹਾਨਗਰ ਬੜਾ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਤੇ ਮੋੜੀ ਗੱਡ ਕੇ ਉਸ ਦਾ ਨਾਮਕਰਨ ਕੀਤਾ। ਤੇ ਗੋਇੰਦਵਾਲ ਸਾਹਿਬ ਦਾ ਗੁਰਮੁਖੋ ਨਾਮ ਗੁਰਬਾਣੀ ਵਿੱਚ ਵੀ ਆਇਆ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਨਾਇਓ, ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਜੋ ਗੋਇੰਦਵਾਲ ਸਾਹਿਬ ਇਹ ਗੋਬਿੰਦਪੁਰੀ ਸਮ ਹੈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁਟਣ ਨਾਲ, ਧੰਨ ਗੁਰੂ ਅਮਰਦਾਸ ਜੀ ਦੇ ਦੁਆਰਾ ਬਖਸ਼ਿਆ ਨਾਮ ਜਪਣ ਨਾਲ ਜਿਹੜਾ ਵਰਿਆਂ ਦਾ ਦੁੱਖ ਲੱਗਾ
ਉਹ ਗੁਰੂ ਜੀ ਦਾ ਦਰਸ਼ਨ ਕਰਕੇ ਛਿਨ ਵਿੱਚ ਹੀ ਉਤਰ ਜਾਂਦਾ ਹੈ। ਤੋ ਕਵੀ ਜੀ ਨੇ ਇੱਥੇ ਬਚਨ ਕਿਹਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਧੰਨ ਗੁਰੂ ਅਮਰਦਾਸ ਜੀ, ਉਹਨਾਂ ਦਾ ਵਸਾਇਆ ਹੋਇਆ ਭਾਈ ਬਾਦਸ਼ਾਹ ਇਹ ਮਹਾਨਗਰ ਤੇ ਬੜਾ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਹੈ। ਪਿਤਾ ਤੋਰ ਜਿਨ ਕੇ ਢਿਗ ਆਇਓ। ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਦਸ਼ਾਹ ਜਹਾਂਗੀਰ ਬਾਦਸ਼ਾਹ ਤੁਹਾਡਾ ਪਿਤਾ ਅਕਬਰ ਬਾਦਸ਼ਾਹ ਵੀ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਇਸ ਧਰਤੀ ਤੇ ਇਸ ਪਰਮ ਪਵਿੱਤਰ ਅਸਥਾਨ ਤੇ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਆਏ ਸਨ। ਗ੍ਰਾਮ ਪਰਗਨਾ ਤਿਨ ਅਰ ਪਾਇਓ। ਤੇ ਤੁਹਾਡੇ ਪਿਤਾ ਨੇ ਕੁਝ ਪਰਗਣਾ ਜਿਹੜਾ ਸੀ ਨਾ, ਇਲਾਕੇ ਦਾ ਪਰਗਣਾ, ਉਹ ਅਰਪਣ ਕੀਤਾ ਸੀ, ਭਾਵ ਭੇਟਾ ਕੀਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ। ਸੁਨਤ ਸ਼ਾਹੋ ਕਹੈ ਮੋਹਿ ਦਿਖਾਵੋ। ਤੇ ਸ਼ਾਹ ਇਹ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਸੁਣ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਕਿ ਸੱਚੇ ਪਾਤਸ਼ਾਹ ਉਹ ਮੈਨੂੰ ਦਿਖਾਵੋ ਜਿਹੜਾ ਪਰਗਣਾ ਮੇਰੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਗੁਰਗੱਦੀ ਸਾਹਮਣੇ ਭੇਟਾ ਕੀਤਾ ਹੈ, ਉਹ ਮੈਨੂੰ ਦਿਖਾਉਣਾ ਕਰੋ। ਸਭ ਅਵਗੁਣ ਹਮਰੇ ਬਖਸ਼ਾਵੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੇ ਜਿੰਨੇ ਵੀ ਔਗਣ ਨੇ ਨਾ, ਇਹ ਸਾਰੇ ਹੀ ਮੇਰੇ ਬਖਸ਼ ਦਿਓ, ਕਿਉਂਕਿ ਤੁਸੀਂ ਬਖਸ਼ਣਹਾਰ ਹੋ। ਅਸੀਂ ਭੁੱਲਾਂ ਕਰਦੇ ਹਾਂ, ਗੁਰੂ ਪਿਤਾ ਬਖਸ਼ਣਹਾਰ ਹੈ, ਤੇ ਗੁਰੂ ਪਿਤਾ ਹੋਣ ਦੇ ਨਾਤੇ ਮੈਨੂੰ ਬਖਸ਼ ਲਿਓ, ਮੇਰੇ ਔਗਣ ਸਾਰੇ ਬਖਸ਼ ਲਓ। ਇਹ ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਜੀ। ਇਸੀ ਹੇਤ ਮੈਂ ਰਾਵਰ ਪਾਸ। ਤੇ ਬਾਦਸ਼ਾਹ ਕਹਿਣ ਲੱਗਾ ਇਸੇ ਵਾਸਤੇ ਮੈਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਸਤਿਗੁਰੂ ਆਪ ਜੀ ਦੇ ਪਾਸ ਪਹੁੰਚਿਆ ਹਾਂ। ਹਿਤ ਬਖਸ਼ਾਵਨ ਕੇ ਕਰ ਆਸ। ਤੇ ਆਸ ਮੇਰੇ ਦਿਲ ਵਿੱਚ ਇਹੋ ਹੀ ਹੈ ਕਿ ਬਖਸ਼ਾਵਣ ਵਾਸਤੇ ਮੇਰੀਆਂ ਭੁੱਲਾਂ ਬਖਸ਼ ਦਿਓ, ਤੁਸਾਂ ਬਖਸ਼ ਦੇਣੀਆਂ ਨੇ, ਕਿਉਂਕਿ ਗੁਰੂ ਬਖਸ਼ਣਹਾਰ ਹੈ ਤੇ ਅਸੀਂ ਪਾਤਸ਼ਾਹ ਔਗਣਾਂ ਦੇ ਭਰੇ ਹਾਂ। ਆਪਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਰੋਜ਼ ਇਹ ਬਚਨ ਸੁਣਦੇ ਹਾਂ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਸੰਬੰਧ ਵਿੱਚ ਰੱਬੀ ਭੱਟ ਸਾਹਿਬਾਨ ਜੀ ਨੇ ਬਿਆਨ ਕੀਤੇ ਨੇ। ਪਾਤਸ਼ਾਹ ਜੀ ਬਾਰੇ ਬਚਨ ਹੈ ਕਿ ਸਾਡੇ ਵਿੱਚ ਗੁਣ ਕੋਈ ਨਹੀਂ ਵਾਹਿਗੁਰੂ, ਅਸੀਂ ਔਗਣਾਂ ਦੇ ਭਰੇ ਪਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਤੇ ਆਖਿਆ ਜੀ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਸ ਕਰਕੇ ਭਾਈ ਆਪਾਂ ਤੇ ਰੋਜ਼ ਇਸ ਦਰ ਤੇ ਇਹ ਬੇਨਤੀਆਂ ਕਰਦੇ ਹਾਂ। ਇਹੋ ਬੇਨਤੀ ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਰਦਾ ਹੈ। ਸੁਨ ਸਤਿਗੁਰ ਨੇ ਬਹੁ ਸਨਮਾਨਾ। ਤੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਆਪ ਨਿਰਵੈਰ ਪੁਰਖ ਨੇ, ਉਹਨਾਂ ਨੇ ਬਾਦਸ਼ਾਹ ਦੇ ਪਾਸੋਂ ਇਹ ਬੇਨਤੀ ਭਰੇ ਬਚਨ ਸੁਣ ਕੇ ਤੇ ਬਹੁਤ ਵੱਡਾ ਸਨਮਾਨ ਦੇ ਕੇ ਨਵਾਜਿਆ। ਸ਼੍ਰੀ ਨਾਨਕ ਕੀ ਕਿਰਪਾ ਬਹਾਨਾ। ਸਤਿਗੁਰੂ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਕਿਰਪਾ ਹੈ ਜੀ। ਸਨਮੁਖ ਗੁਰ ਗ੍ਰਹਿ ਸੋ ਤੁਮ ਰਹੇ। ਤੇ ਬਾਦਸ਼ਾਹ ਤੁਸੀਂ ਗੁਰੂ ਘਰ ਵੱਲ ਹਮੇਸ਼ਾ ਸਨਮੁਖ ਹੋ ਕੇ ਰਹਿਣਾ। ਜਿਹੜਾ ਗੁਰੂ ਘਰ ਵੱਲ ਆਪਣਾ ਮੁਖ ਕਰਕੇ ਜਿਉਂਦਾ ਹੈ, ਜਾਂ ਤੇ ਹਮ ਆਪਣੇ ਮਨ ਲਹੇ। ਉਹਨਾਂ ਮਨੁੱਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਘਰ ਆਪਣੇ ਜਾਣ ਕੇ ਪ੍ਰਵਾਨ ਕਰਦਾ ਹੈ, ਜਿਹੜਾ ਗੁਰੂ ਦੇ ਸਨਮੁਖ ਹੋ ਕੇ ਭਾਈ ਜੀਵਨ ਜਿਉਂਦਾ ਹੈ। ਇਸ ਥਲ ਤੇ ਮਾਰਗ ਹੋਏ ਨਿਆਰੋ। ਤੇ ਸਤਿਗੁਰੂ ਕਹਿਣ ਲੱਗੇ ਜਿਹੜੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਹੈ ਨਾ ਬਾਦਸ਼ਾਹ,
ਇਹ ਰਸਤੇ ਇੱਥੋਂ ਦੋ ਹੋ ਜਾਂਦੇ ਨੇ। ਇਹ ਤੇ ਵੱਖਰਾ ਹੀ ਰਸਤਾ ਹੈ। ਅਸੀਂ ਅੰਮ੍ਰਿਤਸਰ ਨੂੰ ਜਾਣਾ ਤੇ ਤੁਸੀਂ ਲਾਹੌਰ ਨੂੰ ਜਾਣਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਇਹ ਰਸਤਾ ਨਿਆਰਾ ਵੱਖਰਾ ਹੈ ਜੀ। ਤੁਮ ਲਵਪੁਰ ਕੋ ਇਤੇ ਸਿਧਾਰੋ। ਤੇ ਹੁਣ ਤੁਸੀਂ ਲਵਪੁਰ ਲਾਹੌਰ ਨੂੰ ਇੱਥੋਂ ਚਾਲਾ ਮਾਰਨਾ ਹੈ, ਭਾਵ ਚੱਲ ਪੈਣਾ ਹੈ। ਤੇ ਅਸੀਂ ਅੰਮ੍ਰਿਤਸਰ ਨੂੰ ਜਾਣਾ ਹੈ। ਇੱਥੋਂ ਰਸਤੇ ਦੋ ਨੇ, ਵੱਖਰੇ ਵੱਖਰੇ ਰਸਤੇ ਨੇ। ਚਾਹੇ ਸੁਦਾਸਰ ਹਮ ਅਬ ਜਾਇਓ। ਅਸੀਂ ਹੁਣ ਸੁਦਾਸਰ ਭਾਵ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਹੁਣ ਜਾਣਾ ਜੀ। ਬਿਨ ਦੇਖੇ ਬਹੁ ਕਾਲ ਬਿਤਾਇਓ। ਤੇ ਸਾਨੂੰ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕੀਤਿਆਂ ਬਹੁਤਾ ਟਾਈਮ ਹੋ ਗਿਆ ਹੈ, ਕਿੰਨਾ ਹੀ ਸਮਾਂ ਲੰਘ ਗਿਆ ਹੈ। ਬਾਦਸ਼ਾਹ ਤੁਸੀਂ ਲਾਹੌਰ ਨੂੰ ਜਾਣਾ, ਤੁਸੀਂ ਇਸ ਰਸਤੇ ਚੱਲੋ। ਅਸੀਂ ਸ੍ਰੀ ਅੰਮ੍ਰਿਤਸਰ ਨੂੰ ਜਾਣਾ ਹੈ, ਅਸੀਂ ਇਸ ਰਸਤੇ ਚੱਲਾਂਗੇ, ਕਿਉਂਕਿ ਸਾਨੂੰ ਕਿੰਨਾ ਸਮਾਂ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀਤਿਆਂ। ਸੁਨ ਕਰ ਸ਼ਾਹ ਕਹੈ ਮੈਂ ਚਾਲਾਂ। ਤੇ ਸੁਣ ਕਰਕੇ ਬਾਦਸ਼ਾਹ ਕਹਿਣ ਲੱਗਾ ਜੀ ਹੁਣ ਆਗਿਆ ਬਖਸ਼ੋ, ਫਿਰ ਅਸੀਂ ਚੱਲਦੇ ਹਾਂ। ਕਰ ਦਰਸ਼ਨ ਪੁਨ ਪੰਥ ਸੰਭਾਲਾਂ। ਤੇ ਹੁਣ ਮੈਂ ਆਪਣਾ ਰਸਤਾ ਸੰਭਾਲਾਂਗਾ, ਭਾਵ ਰਸਤਾ ਲਵਾਂਗਾ, ਰਸਤੇ ਤੇ ਚੱਲ ਪਵਾਂਗਾ, ਤੁਹਾਡੇ ਦਰਸ਼ਨ ਕਰ ਲੈਨੇ। ਦੇਖ ਸੁਦਾਸਰ ਲੈ ਤੁਮ ਸੰਗ। ਤੇ ਜੇ ਤੁਸੀਂ ਸਾਨੂੰ ਵੀ ਸਤਿਗੁਰੂ ਕਿਰਪਾ ਕਰੋ ਤੇ ਆਪਣੇ ਨਾਲ ਹੀ ਲੈ ਕੇ ਸੁਦਾਸਰ ਅੰਮ੍ਰਿਤਸਰ ਲੈ ਕੇ ਨਾਲ ਹੀ ਚੱਲੋ ਜੀ। ਪੁਨ ਗਮਨੈ ਲਵਪੁਰੀ ਉਮੰਗ। ਤੇ ਜਿਹੜੀ ਲਵਪੁਰੀ ਲਾਹੌਰ ਜਾਣ ਦੀ ਸਾਡੀ ਮੰਗ ਹੈ, ਤੁਹਾਡੇ ਨਾਲ ਹੀ ਉੱਥੇ ਪਹੁੰਚ ਕੇ ਅੱਗੇ ਲਾਹੌਰ ਚੱਲ ਪਵਾਂਗੇ। ਜੇ ਤੁਸੀਂ ਕਿਰਪਾ ਕਰੋ ਤੇ ਸਾਨੂੰ ਵੀ ਸ੍ਰੀ ਅੰਮ੍ਰਿਤਸਰ ਲੈ ਕੇ ਚੱਲੋ ਜੀ। ਸ਼ਰਧਾ ਜਾਨ ਸ਼ਾਹੋ ਕੀ ਮਹਾ। ਇਹ ਜਾਨੀ ਬਾਦਸ਼ਾਹ ਦੀ ਵੱਡੀ ਸ਼ਰਧਾ ਵੇਖ ਕਰਕੇ, ਜਾਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰ ਗੋਬਿੰਦ ਤਥਾ ਸਤ ਕਹਾ। ਤਥਾ ਅਸਤੂ ਕਿਆ ਬਾਦਸ਼ਾਹ ਚਲੋ ਇਸ ਤਰ੍ਹਾਂ ਹੀ ਕਰ ਲਓ। ਜੇ ਤੁਸੀਂ ਸਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣਾ ਹੈ ਤੇ ਇੰਜ ਹੀ ਕਰ ਲੈਣਾ ਚਾਹੀਦਾ ਜੀ। ਗੋਇੰਦਵਾਲ ਦਰਸ਼ਕੋ ਕਰਬੇ। ਤੇ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਕੇ ਭਏ ਤਿਆਰ ਔਰ ਆਨੰਦ ਸਰਬੇ। ਤੇ ਫਿਰ ਬਾਦਸ਼ਾਹ ਵੀ ਤਿਆਰ ਹੋਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੇਅੰਤ ਆਨੰਦ ਦੀਆਂ ਬਰਕਤਾਂ ਵਰਤਾਉਣ ਵਾਲੇ, ਆਨੰਦ ਨਾਲ ਭਰਪੂਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰ ਲਈ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਵਾਸਤੇ ਜੀ। ਦੋਹਰਾ ਸ਼੍ਰੀ ਹਰਗੋਬਿੰਦ ਸ਼ਾਹੋਲੇ ਗਮਨੇ ਗੋਇੰਦਵਾਲ। ਸਾਧ ਸੰਗਤ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਲੈ ਕੇ ਗੋਇੰਦਵਾਲ ਸਾਹਿਬ ਵੀ ਪਹੁੰਚੇ ਨੇ। ਹੁਣ ਅੱਗੇ ਚੱਲਣ ਦਾ ਉੱਥੋਂ ਪ੍ਰਸੰਗ ਆਏਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਨੂੰ ਲੈ ਕੇ ਗੋਇੰਦਵਾਲ ਪਹੁੰਚ ਗਏ ਨੇ। ਪਾਰ ਬਿਬਾਸਾ ਤੇ ਉਤਰ ਸੰਗ ਲਿਏ ਨਰ ਜਾਲ। ਜਿਹੜੇ ਬਹੁਤ ਮਨੁੱਖ ਨਾਲ ਸਨ ਉਹਨਾਂ ਨੂੰ ਨਾਲ ਲੈ ਕੇ ਤੇ ਬਿਆਸਾ ਦਰਿਆ ਤੋਂ ਪਾਰ ਭਾਵ ਗੋਇੰਦਵਾਲ ਸਾਹਿਬ ਵਾਲੇ ਪਾਸੇ ਉਤਰ ਪੈ। ਚੌਪਈ ਪ੍ਰਥਮ ਬਾਵਲੀ ਜਾਏ ਇਸ਼ਨਾਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਪਹਿਲਾਂ ਬਾਵਲੀ ਸਾਹਿਬ ਭਾਵ ਜਿਸ ਦੀਆਂ 84 ਪੌੜੀਆਂ ਨੇ, ਕਿਉਂਕਿ ਸਾਧ ਸੰਗਤ ਵਿਦਵਾਨ ਪੁਰਖਾਂ ਦੀ ਵਿਚਾਰ ਹੈ ਕਿ ਬਾਵਲੀ ਜਾਂ ਬੌਲੀ ਉਸ ਨੂੰ ਕਿਹਾ ਜਾਂਦਾ ਜੋ ਪੌੜੀਆਂ ਉਤਰ ਕੇ ਜਾਈਦਾ ਹੈ। ਤੋ 84 ਪੌੜੀਆਂ ਨੇ ਬੌਲੀ ਸਾਹਿਬ ਦੀਆਂ। ਸਭ ਤੋਂ ਪਹਿਲਾਂ ਬੌਲੀ ਸਾਹਿਬ ਜਾ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਨਾਨ ਕੀਤਾ। ਕੀਰਤ ਸ੍ਰੀ ਗੁਰ ਅਮਰ ਬਖਾਨੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਕੀਰਤੀ ਭਾਵ ਸ਼ੋਭਾ ਵਡਿਆਈ ਨੂੰ ਬਖਿਆਨ ਕੀਤਾ, ਉਸ ਦਾ ਵਰਣਨ ਕੀਤਾ ਜੀ। ਸਭ ਮਿਲ ਭੱਲੇ ਸਾਹਿਬਜ਼ਾਦੇ। ਤੇ ਜਿਹੜੇ ਭੱਲੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਿਲੇ ਨੇ। ਆਏ ਗੁਰ ਹੀਰਨ ਅਹਲਾਦੇ। ਤੇ ਭੱਲੇ ਸਾਹਿਬਜ਼ਾਦਿਆਂ ਨੇ ਜਦੋਂ ਦਰਸ਼ਨ ਕੀਤੇ ਵੀ ਗੁਰੂ ਜੀ ਆਏ ਆ
ਤੇ ਸਾਰੇ ਵੇਖ ਕੇ ਆਨੰਦ ਪ੍ਰਸੰਨ ਹੋ ਗਏ। ਸ਼ਾਹੋ ਸਹਿਤ ਸ੍ਰੀ ਹਰਗੋਬਿੰਦ, ਬਾਦਸ਼ਾਹ ਦੇ ਸਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਰਪਨ ਕੀਨੋ ਦਰਬ ਬਿਲੰਦ। ਤੇ ਭੱਲੇ ਸਾਹਿਬਜ਼ਾਦਿਆਂ ਨੇ ਬਹੁਤ ਧਨ ਪਦਾਰਥ ਅਰਪਣ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੇ ਮੌਕੇ ਦੇ ਬਾਦਸ਼ਾਹ ਦਾ ਵੀ ਆਦਰ ਕੀਤਾ ਜੀ। ਮ੍ਰਿਦਲ ਬਖਾਨ ਅਦਕ ਸਨਮਾਨੇ, ਤੇ ਬਹੁਤ ਮਿੱਠੇ ਬੋਲ ਬੋਲ ਕੇ ਤੇ ਬਹੁਤ ਭਾਰੀ ਸਨਮਾਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਬਹੁਰ ਚੁਬਾਰੇ ਦੇਖਨ ਪਿਆਨੇ, ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਬੌਲੀ ਸਾਹਿਬ ਦੇ ਪਵਿੱਤਰ ਅਸਥਾਨ ਤੋਂ, ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਹੈ, ਉਹ ਦੇਖਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਹ ਪੂਜਾ ਕਰਕੇ ਹਟ ਆਏ। ਤੇ ਚੁਬਾਰਾ ਸਾਹਿਬ ਵਿਖੇ ਮਾਣ ਸਨਮਾਨ ਕਰਕੇ ਵੀ ਇੱਥੇ ਧੰਨ ਗੁਰੂ ਰਾਮਦਾਸ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਗੁਰੂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਹਿਣ ਲੱਗੇ ਇਹ ਪਵਿੱਤਰ ਅਸਥਾਨ ਹੈ ਜਿਹੜਾ ਸਤਿਗੁਰਾਂ ਦਾ ਘਰ ਸੀ, ਦਾਦਾ ਸਤਿਗੁਰਾਂ ਦਾ। ਪਿਤਾ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਵੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਸ ਅਸਥਾਨ ਤੇ ਜਦੋਂ ਦਰਸ਼ਨ ਕੀਤੇ ਤੇ ਪੂਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਪਿੱਛੇ ਆਏ ਨੇ। ਚੜਿਓ ਸ਼ਾਹ ਤਬ ਬੰਬ ਬਜਾਏ, ਤੇ ਸਾਧ ਸੰਗਤ ਫਿਰ ਜਦੋਂ ਚੁਬਾਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਬਾਦਸ਼ਾਹ ਚੱਲਣ ਵਾਸਤੇ ਘੋੜੇ ਦੀ ਸਵਾਰੀ ਕਰ ਲਈ, ਤੇ ਨਾਲ ਬੰਬ ਵਜਾਏ ਦਾ ਮਤਲਬ ਨਗਾਰਾ ਵਜਾਇਆ ਜੀ। ਸ਼੍ਰੀ ਹਰਗੋਬਿੰਦ ਮਿਲ ਸਭ ਸਾਥ, ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਕੀ ਸਾਰਿਆਂ ਨੂੰ ਮਿਲਿਆ ਬਾਦਸ਼ਾਹ। ਬੂਝੇ ਕਹੀ ਚੰਦ ਕੀ ਗਾਥ, ਤੇ ਬਾਕੀ ਵੀ ਸਾਰੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਇੰਦਵਾਲ ਸਾਹਿਬ ਦੀ ਸੰਗਤ ਮਿਲੀ, ਤੇ ਜਿਹੜੀ ਚੰਦੂ ਦੀ ਗਾਥਾ ਸੀ ਉਹ ਵੀ ਪੁੱਛਣਾ ਕੀਤੀ ਜੀ। ਜਥਾ ਜੋਗ ਕੈ ਸਭ ਹਰ ਖਾਏ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਥਾ ਜੋਗ ਕਹਿ ਕੇ ਸਾਰਿਆਂ ਨੂੰ ਪ੍ਰਸੰਨ ਕੀਤਾ, ਕਿਉਂਕਿ ਸਾਧ ਸੰਗਤ ਜਿਹੜਾ ਗੁਰੂ ਵਿਰੋਧੀ ਹੁੰਦਾ ਹੈ ਨਾ, ਤੇ ਪੰਥ ਵਾਸਤੇ ਉਹਦੇ ਮਨ ਵਿੱਚ ਨਫ਼ਰਤ ਵੀ ਹੁੰਦੀ ਹੈ ਵੀ ਇਹ ਸਾਨੂੰ ਦਿਸਣਾ ਨਹੀਂ ਚਾਹੀਦਾ, ਇਹ ਗੁਰੂ ਘਰ ਨਾਲ ਵੈਰ ਕਮਾਉਂਦਾ ਰਿਹਾ। ਜਿਹੜਾ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਸੀ, ਕਿੰਨੀ ਗੁਰੂ ਮਾਰੀ ਸਰਹਿੰਦ ਪੰਥ ਦੀਆਂ ਅੱਖਾਂ ਵਿੱਚ ਰੜਕਦੀ ਸੀ, ਤੇ ਬਾਬਾ ਬੰਦਾ ਸਿੰਘ ਜੀ ਨੇ ਫਿਰ ਉਸੇ ਵਜ਼ੀਰ ਖਾਂ ਨੂੰ ਪਸ਼ੂਆਂ ਪਿੱਛੇ ਪਾ ਕੇ ਧੂ ਕੇ ਲਿਆਂਦਾ, ਜਿਸ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ, ਤੇ ਧੰਨ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰਵਾਇਆ। ਉਹ ਪੰਥ ਦੀਆਂ ਅੱਖਾਂ ਵਿੱਚ ਰੜਕਦੇ ਸਨ। ਇਸੇ ਤਰ੍ਹਾਂ ਜਿਹੜਾ ਚੰਦੂ ਹੈ ਨਾ ਸਾਧ ਸੰਗਤ, ਇਹ ਵੀ ਪੰਥ ਦੀ ਆਪਣੇ ਸਿੱਖਾਂ ਦੀਆਂ ਅੱਖਾਂ ਵਿੱਚ ਰੜਕਦਾ, ਕਿਉਂਕਿ ਇਹਨੇ ਪਾਪ ਬਹੁਤ ਵੱਡਾ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾਇਆ, ਉੱਤੇ ਤੱਤੀ ਰੇਤਾ ਸਰੀਰ ਉੱਤੇ ਸੀਸ ਵਿੱਚ ਪਾਈ, ਫਿਰ ਉਬਲਦੀ ਦੇਗ ਵਿੱਚ ਐਸੇ ਨਿਰਵੈਰ ਪੁਰਖ ਨਾਲ ਈਰਖਾ ਕਮਾਉਣ ਵਾਲਾ ਚੰਦੂ ਸੁੱਖ ਦੇ ਦਿਨ ਕਿਵੇਂ ਕੱਟ ਸਕਦਾ ਹੈ? ਨਿਰਵੈਰ ਪੁਰਖਾਂ ਨਾਲ ਈਰਖਾ ਕਰਨ ਵਾਲੇ ਬੰਦੇ ਕਦੀ ਸੁੱਖ ਦਾ ਸਾਹ ਨਹੀਂ ਲੈ ਸਕਦੇ। ਗੁਰੂ ਘਰ ਨਾਲ ਮੱਥਾ ਲਾਉਣਾ ਇਹ ਪਾਪ ਹੈ, ਗੁਰੂ ਘਰ ਵਿੱਚ ਮੱਥਾ ਟੇਕਣਾ ਇਹ ਪੁੰਨ ਦਾ ਕੰਮ ਹੈ, ਪਰ ਇੱਥੇ ਮੱਥਾ ਲਾਉਣ ਵਾਲਿਆਂ ਦਾ ਮੱਥਾ ਚੂਰ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੋ ਬਚਨ ਇਤਿਹਾਸ ਵਿੱਚ ਨੇ, ਉਹ ਮਾਂ ਕਵੀ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਵਿੱਚ ਬਚਨ ਕਹਿ ਕਿ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਜਿਹੜੇ ਪ੍ਰਸੰਨ ਕਰਨ ਵਾਲੇ ਬਚਨ ਸੀ, ਜਥਾ ਜੋਗ ਬਚਨ, ਉਹ ਸਭ ਨੂੰ ਸੁਣਾਏ ਨੇ। ਸ਼੍ਰੀ ਗੁਰ ਅਮਰ ਅੰਸ ਸਮੁਦਾਏ, ਤੇ ਧੰਨ ਗੁਰਦੇਵ ਸ਼੍ਰੀ ਗੁਰੂ ਅਮਰਦਾਸ ਜੀ ਦੀ ਜਿਤਨੀ ਵੀ ਸਮੁੱਚੀ ਅੰਸ਼ ਹੈ, ਮੇਰੇ ਮਾਲਕ ਜੀ ਦੀ ਸਾਰਿਆਂ ਨੂੰ ਪ੍ਰਸੰਨ ਕੀਤਾ। ਕੋਈ ਬਚਨ ਸੁਣਾ ਕਰਕੇ ਸਭ ਤੇ ਲੈ ਆਏ ਸਗੁਰ ਚੱਲੇ,
ਤੇ ਸਾਰਿਆਂ ਨੂੰ ਦੱਸ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਸਾਧ ਸੰਗਤ ਗੋਇੰਦਵਾਲ ਸਾਹਿਬ ਤੋਂ ਚੱਲ ਪਏ ਵੀ ਹੁਣ ਅਸੀਂ ਅੱਗੇ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਸਭ ਤੇ ਲੈ ਆਇਸ ਭਾਵ ਸਾਰਿਆਂ ਨੂੰ ਦੱਸ ਕਰਕੇ ਗੁਰੂ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਪਏ ਤੇ ਚੱਲ ਕੇ ਕਿੱਥੇ ਪਹੁੰਚੇ? ਪੰਥ ਤਰਨ ਤਾਰਨ ਕੇ ਭਲੇ। ਪੰਥ ਹੁੰਦਾ ਰਸਤਾ ਜਿਹੜਾ ਤਰਨ ਤਾਰਨ ਸਾਹਿਬ ਦਾ ਰਸਤਾ ਹੈ ਨਾ, ਭਲਾ ਰਸਤਾ ਹੈ ਗੋਇੰਦਵਾਲ ਸਾਹਿਬ ਤੋਂ, ਕਿਉਂਕਿ ਜਿੱਥੇ ਗੁਰੂਆਂ ਦੇ ਚਰਨ ਪਏ ਹੋਣ ਉਹ ਤੇ ਧਰਤੀ ਸਾਡੇ ਵਾਸਤੇ ਸਭ ਤੋਂ ਭਲੀ ਹੈ। ਆਪਾਂ ਪਾਵਨ ਬਾਣੀ ਵਿੱਚੋਂ ਵੀ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਤੇ ਸ਼ੋਭਨੀਕ ਤੇ ਪਵਿੱਤਰ ਪੂਜਣ ਲਾਇਕ ਉਹ ਜਗ੍ਹਾ ਹੈ ਜਿੱਥੇ ਧੰਨ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਏ। ਤੇ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਸ੍ਰੀ ਤਰਨ ਤਾਰਨ ਸਾਹਿਬ, ਆਪ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜਾ ਸ਼ਾਹੀ ਮਾਰਗ ਹੈ ਨਾ ਜੀ, ਲਾਹੌਰ ਤੋਂ ਅੱਜ ਕੱਲ੍ਹ ਰਾਜਾ ਤਾਲ, ਗੰਡੀ ਵਿੰਡ ਸਰਾਂ, ਤਰਨ ਤਾਰਨ ਅੱਗੇ ਸੁਲਤਾਨਪੁਰ, ਇਹ ਸ਼ਾਹੀ ਮਾਰਗ ਹੈ। ਇਸ ਮਾਰਗ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਉਹ ਜਗ੍ਹਾ ਮੁੱਲ ਲੈ ਕੇ ਤੇ ਸਭ ਤੋਂ ਵੱਡਾ ਸਰੋਵਰ ਕਾਇਮ ਕਰਕੇ ਗੁਰ ਅਸਥਾਨ ਕਾਇਮ ਕੀਤਾ, ਜਿੱਥੇ ਅੱਜ ਅਣਗਿਣਤ ਸੰਗਤਾਂ ਦਰਸ਼ਨ ਕਰਦੀਆਂ। ਤੋ ਕਵੀ ਜੀ ਦੱਸਦੇ ਨੇ ਕਿ ਜਿਹੜਾ ਰਸਤਾ ਤਰਨ ਤਾਰਨ ਸਾਹਿਬ ਦਾ ਇਹ ਭਲਾ ਰਸਤਾ ਹੈ ਤੇ ਗੁਰੂ ਜੀ ਤਰਨ ਤਾਰਨ ਵਾਲੇ ਰਸਤੇ ਤੇ ਚੱਲ ਪਏ। ਡੇਰਾ ਆਏ ਕਰਿਓ ਨਿਜ ਥਾਨ। ਤੇ ਆਪਣੇ ਥਾਂ ਤੇ ਆਣ ਕੇ ਸਤਿਗੁਰੂ ਸਾਹਿਬ ਜੀ ਨੇ ਆਪਣਾ ਆਸਣ ਲਾਇਆ ਜੀ। ਉਤਰਿਓ ਜਹਾਂਗੀਰ ਸੁਖਮਾਨ। ਤੇ ਜਹਾਂਗੀਰ ਬਾਦਸ਼ਾਹ ਵੀ ਨਾਲ ਚੱਲਦਾ ਤੇ ਉਹ ਵੀ ਸੁਖ ਪ੍ਰਾਪਤ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਉਸਨੇ ਉਤਾਰਾ ਕੀਤਾ। ਕਰ ਇਸ਼ਨਾਨ ਗੁਰੂ ਤਬ ਤਹਾਂ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਨ ਤਾਰਨ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ, ਸਭ ਤੋਂ ਪਹਿਲਾਂ ਪਹੁੰਚ ਕੇ ਪਿਤ ਸਥਾਨ ਕਰ ਬੰਧਨ ਮਹਾ। ਤੇ ਆਪਣੇ ਪੂਜਨੀਕ ਪਿਤਾ ਗੁਰੂ ਅਰਜਨ ਦੇਵ ਜੀ ਦੇ ਸਥਾਨ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ, ਜਿਸ ਦਾ ਇੱਕ ਨਾਮ ਅਸੀਂ ਇਤਿਹਾਸਕ ਪੰਨਿਆਂ ਤੋਂ ਪੜ੍ਹਦੇ ਹਾਂ, ਦੁੱਖ ਨਿਵਾਰਨ ਸਾਹਿਬ। ਉਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਪਹੁੰਚ ਕੇ ਪਹਿਲਾਂ ਇਸ਼ਨਾਨ ਕੀਤਾ, ਫਿਰ ਆਪਣੇ ਪਿਤਾ ਜੀ ਦੇ ਅਸਥਾਨ ਤੇ ਮਾਣ ਨਮਸਕਾਰ ਕੀਤੀ। ਸ਼ਾਹੋ ਆਨ ਧਨ ਪੇਟ ਚੜਾਏ। ਤੇ ਬਾਦਸ਼ਾਹ ਨੇ ਵੀ ਨਾਲ ਪਹੁੰਚ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਬਹੁਤ ਸਾਰੀ ਮਾਇਆ ਭੇਟਾ ਕੀਤੀ, ਧਨ ਆਦਿਕ ਭੇਟ ਕੀਤਾ। ਬਸੇ ਨਿਸਾ ਬਿਸਰਾਮ ਸੋ ਪਾਏ। ਤੇ ਫਿਰ ਰਾਤ ਪਈ ਤੇ ਰਾਤ ਸਮੇਂ ਵਿਸਰਾਮ ਕੀਤਾ, ਭਾਵ ਟਿਕਾਣਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਕਰਦਿਆਂ। ਭਈ ਪ੍ਰਾਤ ਕਰਕੇ ਇਸ਼ਨਾਨ। ਤੇ ਜਦੋਂ ਸਵੇਰ ਦਾ ਵੇਲਾ ਹੋਇਆ ਤੇ ਇਸ਼ਨਾਨ ਕਰਕੇ ਜੀ ਕਰੀ ਪ੍ਰਣਾਮ ਗੁਰੂ ਪਿਤ ਥਾਨ। ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਜੀ ਦੇ ਪਵਿੱਤਰ ਅਸਥਾਨ ਤੇ ਪ੍ਰਣਾਮ ਕੀਤੀ ਸ਼੍ਰੀ ਦਰਬਾਰ ਸਾਹਿਬ ਵਿਖੇ। ਡੇਰਾ ਕੂਚ ਸ਼ਾਹ ਜੁਤ ਭਇਓ। ਤੇ ਸਾਧ ਸੰਗਤ ਫਿਰ ਇੱਥੋਂ ਤਰਨ ਤਾਰਨ ਸਾਹਿਬ ਤੋਂ ਸ਼ਾਹ ਨੇ ਆਪਣਾ ਡੇਰਾ ਕੂਚ ਕਰ ਲਿਆ। ਨਗਰ ਸੁਦਾਸਰ ਕੇ ਟਿਕ ਗਇਓ। ਤੇ ਸੁਦਾਸਰ ਸ੍ਰੀ ਅੰਮ੍ਰਿਤਸਰ ਦੇ ਨੇੜੇ ਉਸਨੇ ਸਾਧ ਸੰਗਤ ਪਹੁੰਚ ਜਾਣਾ ਕੀਤਾ ਜੀ। ਸ਼ਾਹ ਵਿਚਾਰਤ ਬਚਨ ਉਚਾਰਾ। ਤੇ ਸ਼ਾਹ ਨੇ ਇੱਕ ਗੱਲ ਵਿਚਾਰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਬਚਨ ਕਿਹਾ, ਗੁਰੂ ਨਗਰ ਅਬ ਨਿਕਟ ਹਕਾਰਾ। ਆਪਾਂ ਗੁਰੂ ਨਗਰੀ ਦੇ ਹੁਣ ਨਿਕਟ ਨਿਹਾਰਾ, ਗੁਰੂ ਨਗਰੀ ਨੂੰ ਨੇੜੇ ਦੇਖਿਆ ਜੀ। ਸੈਨਾ ਬ੍ਰਿੰਦ ਮਤੰਗ ਤੁਰੰਗ। ਸਾਡੇ ਪਾਸ ਬਹੁਤ ਸੈਨਾ ਤੇ ਮਤੰਗ, ਹਾਥੀ ਘੋੜੇ, ਤੁਰੰਗ ਕਹੀਏ ਘੋੜੇ ਜੀ। ਨਰ ਅਨਗਨ ਹੈ ਮੇਰੇ ਸੰਗ। ਤੇ ਮੇਰੇ ਨਾਲ ਬਹੁਤ ਜ਼ਿਆਦਾ ਮਨੁੱਖ ਨੇ।
ਪੁਰੀ ਸਮੀਪ ਨ ਡੇਰਾ ਆਛੋ ਤੇ ਪੁਰੀ ਦੇ ਨੇੜੇ ਡੇਰਾ ਕਰਨਾ ਚੰਗਾ ਨਹੀਂ। ਖੇਦ ਨਾ ਹੋਏ ਇਹੀ ਚਿਤ ਬਾਂਛੋ ਇਹ ਮੇਰੇ ਚਿੱਤ ਵਿੱਚ ਵਿਚਾਰ ਹੈ ਵੀ ਕਿਸੇ ਨੂੰ ਖੇਦ ਨਾ ਪਹੁੰਚੇ, ਕਿਸੇ ਨੂੰ ਕੋਈ ਤੰਗੀ ਤੁਰਸ਼ੀ ਨਾ ਹੋਵੇ, ਸਾਡੇ ਜਾਣ ਨਾਲ ਕੋਈ ਭੀੜ ਆਦਿਕ ਨਾ ਪਵੇ। ਫਿਰ ਬਾਦਸ਼ਾਹ ਨੇ ਆਪਣਾ ਡੇਰਾ ਜਿਹੜਾ ਸੀ ਉਹ ਅੰਮ੍ਰਿਤਸਰ ਤੋਂ ਥੋੜ੍ਹੀ ਦੂਰੀ 'ਤੇ ਕੀਤਾ। ਅੱਜ ਦਾ ਇਹ ਪਵਿੱਤਰ ਇਤਿਹਾਸ ਦੀ ਲੜੀ ਹੈ। ਤੋ ਸਮਾਂ ਹੋ ਗਿਆ ਹੈ ਸਤਿਗੁਰੂ ਕਿਰਪਾ ਵਰਤਾਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦਾ, ਮਾਣਯੋਗ ਸਿੰਘ ਸਾਹਿਬ ਜੀਆਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਕੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸੰਪੂਰਨਤਾ ਹੀ ਹੈ। ਸੈਨਾ ਬ੍ਰਿੰਦ ਮਤੰਗ ਤੁਰੰਗ ਨਰ ਅਨਗਨ ਹੈ ਮੇਰੇ ਸੰਗ ਪੁਰੀ ਸਮੀਪ ਨਾ ਡੇਰਾ ਆਛੋ ਖੇਦ ਨਾ ਹੋਏ ਇਹੀ ਚਿਤ ਬਾਂਛੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।